ਹਾਂਜੀ ਮੈਡਮ, ਮੈਂ ਤੇ ਇਹੋ ਗੱਲ ਕਹਿਣੀ ਚਾਹਾਂਗਾ ਵੀ ਇਹ ਜਿਹੜਾ ਮੈਂ ਬਿਲਕੁਲੋਂ ਬਾਰਡਰ ਤੇ ਰਹਿਣਾ, ਮੈਂ ਦੋਵਾਂ ਪਾਸਿਆਂ ਨੂੰ ਬੜਾ ਛੋਟੇ ਹੁੰਦਿਆਂ ਤੋਂ ਹੀ ਬਹੁਤ ਕਾਫੀ ਮਤਲਬ ਜੇ ਆਪਾਂ ਆਖੀਏ ਕਿ ਹਿਸਟਰੀ ਤੇ ਬਿਲਕੁਲੋਂ ਨਹੀਂ ਆਪਾਂ ਜਾਣਦੇ, ਹੂੰ ਹੂੰ ਪਰ ਅੱਖੀਂ ਵੇਖਿਆ ਜਿਹੜਾ ਹਾਲ ਆ ਨਾ, ਮਤਲਬ ਦੋਵਾਂ ਕੰਟਰੀਆਂ ਦਾ ਵੇਖਿਆ, ਬਿਲਕੁਲੋਂ ਬਾਰਡਰ ਤੇ ਸਾਡਾ ਪਿੰਡ ਆ। ਜੀ। ਦੋਵਾਂ ਕੰਟਰੀਆਂ ਦੇਖਿਆ ਮੈਂ, ਇੰਡੀਆ ਵਾਲੇ ਪਾਸਿਓਂ ਵੀ ਤੇ ਪਾਕਿਸਤਾਨ ਵਾਲੇ ਪਾਸਿਓਂ ਵੀ। ਹੂੰ ਹੂੰ ਜੋ ਆਪਣੇ ਕਿਸਾਨਾਂ ਦੀ ਹਾਲਤ ਮਾੜੀ, ਜੇ ਆਪਾਂ ਕਹਿ ਲਈਏ ਨਾ ਤੇ ਆਪਣੇ ਇੰਡੀਆ ਵਾਲੇ ਕਰਦੇ ਆ ਨਾ ਜੋ ਕਿਸਾਨਾਂ ਦੀ ਹਾਲਤ ਮਾੜੀ, ਜੇ ਇਹਨਾਂ ਨੂੰ ਵੇਖੀਏ ਪਾਕਿਸਤਾਨ ਵਾਲੇ ਬਿਲਕੁਲੋਂ ਵੀ ਤੰਗ ਨਹੀਂ ਕਰਦੇ ਕਿਸੇ ਵੀ ਕਿਸਾਨ ਨੂੰ ਜਾਂ ਕਿਸੇ ਵੀ ਚੀਜ਼ ਨੂੰ, ਕਿਸੇ ਪੱਖੋਂ ਨਹੀਂ ਜੀ। ਤੰਗ ਕਰਦੇ। ਤੇ ਜੇ ਗੱਲ ਕਰ ਲਓ ਕਸ਼ਮੀਰ ਦੀ, ਹੂੰ ਹੂੰ ਮੈਂ ਕਸ਼ਮੀਰ ਵੀ ਬਹੁਤ ਜ਼ਿਆਦਾ ਘੁੰਮ ਕੇ ਵੇਖਿਆ। ਇੱਕ ਗੱਲ ਹੁੰਦੀ ਹੈ ਕਿ ਜੇ ਆਪਾਂ ਕਿਤਾਬਾਂ ਪੜ੍ਹੀ ਜਾਈਏ, ਹਿਸਟਰੀ ਪੜ੍ਹੀ ਜਾਈਏ, ਹੂੰ ਇੱਕ ਗੱਲ ਹੁੰਦੀ ਗਰਾਊਂਡ ਲੈਵਲ ਤੇ ਵੇਖਣ ਦੀ ਜੀ। ਕਿ ਆਪਾਂ ਕੀ ਵੇਖਿਆ, ਤੁਰ ਫਿਰ ਕੇ ਇਕੱਲੀ ਹਿਸਟਰੀ ਨਹੀਂ, ਕੀ ਉੱਥੋਂ ਦੇ ਲੋਕ, ਜੇ ਆਪਾਂ ਉੱਥੋਂ ਦਾ ਲਿਵਿੰਗ ਸਟਾਈਲ ਹੂੰ ਹੂੰ ਜਾਂ ਪੂਰੇ ਇੰਡੀਆ 'ਚ ਕਿਤੇ ਵੀ ਕਿਹੜੀ ਵੀ ਕੰਟਰੀ ਜਾਂ ਕਿਤੇ ਵੀ ਆਪਾਂ ਸਟੇਟ ਜਿਹੜੀ ਮਰਜ਼ੀ ਘੁੰਮ ਲਈਏ, ਹੂੰ ਹੂੰ ਕਸ਼ਮੀਰ ਵਰਗਾ ਲਿਵਿੰਗ ਸਟਾਈਲ, ਉੱਥੋਂ ਦਾ ਸੋਹਣਾਪਨ, ਉੱਥੋਂ ਦੇ ਬੱਚੇ, ਉੱਥੋਂ ਦਾ ਹਰ ਇੱਕ ਦਾ ਪੜ੍ਹਿਆ ਲਿਖਿਆ ਬੋਲਣ ਦਾ ਸਟਾਈਲ ਜੀ। ਪੂਰੇ ਇੰਡੀਆ ਨਾਲੋਂ ਵੱਖਰਾ। ਜੀ। ਕੋਈ ਵੀ ਬੰਦਾ ਭਾਵੇਂ ਲੜਨ ਨੂੰ ਭਾਵੇਂ ਜਿੱਦਾਂ ਮਰਜ਼ੀ, ਹੁਣ ਆਪਾਂ ਵੀ ਪੰਜਾਬੀ ਆ, ਪਰ ਜਿੰਨੀ ਉਹਨਾਂ ਦੀ ਬੋਲੀ 'ਚ ਇੱਕ ਵੀ ਕਸ਼ਮੀਰੀ ਨੇ ਆਣ ਕੇ ਫੋਨ ਕਾਲ ਨਹੀਂ ਕੀਤੀ, ਤੁਹਾਨੂੰ ਵੱਖਰਾ ਪਤਾ ਲੱਗ ਜਾਏਗਾ ਕਿ ਇਹ ਕਸ਼ਮੀਰੀ ਆ। ਹੂੰ ਇੰਨੇ ਬੋਲਣ 'ਚ ਮਿਠਾਸ, ਉਹਨਾਂ ਦੀ ਬੋਲੀ ਤੋਂ ਹੀ ਵੱਖਰਾ ਪਤਾ ਲੱਗ ਜਾਂਦਾ, ਇੰਨੀ ਜ਼ਿਆਦੀ ਮਿਠਾਸ ਕਿ ਜੀ। ਹਰ ਇੱਕ ਉਹਨਾਂ 'ਚ ਕੁੱਟ-ਕੁੱਟ ਕੇ ਭਰੀ ਆ। ਜੀ। ਜੇ ਕਿਤਾਬੀ ਕਿਤਾਬਾਂ ਤਾਂ ਹੋਰ ਹੁੰਦੀਆਂ, ਪਰ ਗਰਾਊਂਡ ਲੈਵਲ ਤੇ ਜੇ ਬੰਦਾ ਵੇਖੇ ਨਾ ਜੀ। ਤੇ ਤੁਸੀਂ ਵੀਰ ਜੀ ਬਿਲਕੁਲ ਹੀ ਕਿੱਥੋਂ ਬੋਲ ਰਹੇ ਵੱਖਰਾ। ਹੋ? ਤੁਸੀਂ ਦੱਸਿਆ ਕਿ ਤੁਹਾਡਾ ਪਿੰਡ ਬਾਰਡਰ ਤੇ ਹੈ, ਪਰ ਤੁਹਾਡਾ ਨੰਬਰ ਕਿਤੋਂ ਹੋਰ ਆ ਰਿਹਾ। ਕਿਹੜੀ ਜਗ੍ਹਾ ਤੋਂ ਤੁਸੀਂ ਕਾਲ ਮਿਲਾਈ ਹੈ? ਨਹੀਂ ਜੀ, ਹੁਣ ਤੇ ਅਸੀਂ ਯੂਰਪ 'ਚ ਰਹਿ ਰਹੇ ਹਾਂ। ਅੱਛਾ, ਯੂਰਪ ਤੋਂ ਕਾਲ ਕਰ ਰਹੇ। ਠੀਕ ਹੈ। ਪਿਛੋਕੜ ਤੇ ਸਾਡਾ ਉੱਥੋਂ ਹੀ ਹੈ ਨਾ ਜੀ, ਠੀਕ ਹੈ। ਵਾਹਗਾ ਠੀਕ ਬਾਰਡਰ। ਠੀਕ ਹੈ। ਠੀਕ ਹੈ ਜੀ। ਥੈਂਕ ਯੂ ਸੋ ਮਚ। ਤੁਸੀਂ ਇਹ ਦੱਸਿਆ, ਇੱਕ ਹਕੀਕਤ ਤੁਸੀਂ ਬਿਆਨ ਕੀਤੀ ਹੈ ਕਿ ਤੁਸੀਂ ਆਪ ਜਿਹੜੀਆਂ ਚੀਜ਼ਾਂ ਦੇਖੀਆਂ। ਥੈਂਕ ਯੂ ਤੁਹਾਡੀ ਕਾਲ। ਇੱਕੋ ਮਿੰਟ ਜੀ, ਜੀ। ਇੱਕੋ ਮਿੰਟ। ਹਾਂਜੀ। ਹੁਣ ਵਾਹਗਾ ਬਾਰਡਰ ਲਾ ਲਓ ਜੀ, ਕਰੋੜਾਂ ਰੁਪਈਆ ਖਰਚੇ ਦੋਵਾਂ ਪਾਸਿਆਂ ਤੋਂ ਹੀ। ਹੂੰ ਹੂੰ ਮਤਲਬ ਹੁਣ ਥੋੜੇ ਜਿਹੇ ਆਪਣੇ ਦੋਵਾਂ ਕੰਟਰੀਆਂ ਦੀ ਆਲ ਦਾੜ ਦੇ ਵਿੱਚ ਹੁਣ ਬਿਲਕੁਲੋਂ ਵੀ ਬਿਜ਼ਨਸ ਨਹੀਂ ਹੋ ਰਿਹਾ, ਹੂੰ ਹੂੰ ਤੇ ਕਿੰਨੇ ਲੋਕ ਉਹ ਚੀਜ਼ ਦਾ ਸ਼ਿਕਾਰ ਹੋ ਰਹੇ ਆ, ਜੀ। ਇਹ ਆਪਾਂ ਦੋਵਾਂ ਕੰਟਰੀਆਂ 'ਚ ਹਿਸਾਬ ਲਾ ਸਕਦੇ। ਕਰੋੜਾਂ ਰੁਪਈਆਂ ਦਾ ਘਾਟਾ। ਥੈਂਕ ਯੂ, ਮਿਹਰਬਾਨੀ। ਥੈਂਕ ਯੂ ਸੋ ਮਚ ਜੀ। ਮੈਂ ਕਾਲਰਸ ਕਾਫੀ ਨੇ, ਮੈਂ ਚਾਹੂੰਗੀ ਕਿ ਇੱਕ ਅੱਧੀ ਕਾਲ ਹੋਰ ਲੈ ਲਈਏ, ਫਿਰ ਆਰਾਮ ਨਾਲ ਅਸੀਂ ਗੱਲਬਾਤ ਕਰਾਂਗੇ। ਜੀ ਹਾਂ, ਨੈਕਸਟ ਕਾਲ ਲੈਂਦੇ ਆ। 003, ਤੁਸੀਂ ਔਨ 에ਅਰ ਜੀ। ਹਾਂਜੀ, ਨਮਸਕਾਰ ਨੀਰੂ ਜੀ। ਨਮਸਕਾਰ ਜੀ। ਹਾਂਜੀ, ਮੈਂ ਦੋ ਤਿੰਨ ਗੱਲਾਂ ਕਰਨਾ ਚਾਹੂੰਗਾ ਵੀ ਤੁਹਾਡੇ ਆਨਰੇਬਲ ਸਪੀਕਰ ਜਿਹੜੇ ਬੈਠੇ ਨੇ, ਮੈਡਮ ਬੈਠੇ ਨੇ ਨਾਲ, ਡਾਕਟਰ ਸਾਹਿਬ ਬੈਠੇ ਨੇ ਜੀ। ਤੇ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਨੀਰੂ ਜੀ, ਜਦ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਕਿਹਾ ਕਿ ਅਸੀਂ ਪਿਆਰ ਨਾਲ ਗੱਲ ਕਰਨਾ ਚਾਹੁੰਦੇ ਹਾਂ, ਆਪਾਂ ਦੂਰੀਆਂ ਮਿਟਾਉਣਾ ਚਾਹੁੰਦੇ ਹਾਂ, ਪਰ ਜਿੱਦਾਂ ਜੋ ਵੀ ਕਾਲਸ ਆ ਰਹੀਆਂ ਨੇ ਤੇ ਜਿੱਦਾਂ ਉਹਦਾ ਰਿਪਲਾਈ ਆ ਰਿਹਾ, ਮੈਨੂੰ ਲੱਗਦਾ ਨਹੀਂ ਕਿ ਕੋਈ ਦੂਰੀਆਂ ਮਿਟਾਉਣ ਵਾਲੀ ਆਪਾਂ ਗੱਲ ਕਰ ਰਹੇ ਹਾਂ। ਕਿਉਂਕਿ ਮੈਂ ਦਿੱਲੀ ਦਾ ਰਹਿਣ ਵਾਲਾ, ਤੇ ਮੈਡਮ ਜੀ ਨੇ ਹੁਣੇ ਗੱਲ ਕੀਤੀ ਇੱਕ ਦੋ ਤਿੰਨ ਕਾਲਾਂ ਪਿੱਛੇ ਕਿ ਮੈਂ ਜਦੋਂ ਦਿੱਲੀ ਗਈ ਸੀ ਤਾਂ ਮੈਂ ਇੰਨਾ ਸਲਮ ਪਾਕਿਸਤਾਨ 'ਚ ਨਹੀਂ ਦੇਖਿਆ ਜਿੰਨਾ ਮੈਂ ਦਿੱਲੀ 'ਚ ਦੇਖਿਆ। ਤੇ ਮੈਂ ਸਿਰਫ ਇਹ ਕਹਿਣਾ ਚਾਹੂੰਗਾ ਉਹਨਾਂ ਨੂੰ ਵੀ ਸ਼ਾਇਦ ਆਈ ਥਿੰਕ ਉਹ ਪੁਰਾਣੀ ਦਿੱਲੀ ਤੋਂ ਬਾਹਰ ਕਦੀ ਨਿਕਲੇ ਨਹੀਂ, ਜਾਂ ਇਹਨਾਂ ਦੇ ਜਿਹਨਾਂ ਇਹਨਾਂ ਨੂੰ ਘੁਮਾਉਣ ਵਾਲੇ ਹੋਣਗੇ ਜਾਂ ਜਿਹੜੇ ਦਿਖਾਉਣ ਵਾਲੇ ਹੋਣਗੇ, ਉਹਨਾਂ ਨੇ ਆਈ ਥਿੰਕ ਇਹਨਾਂ ਨੂੰ ਸਾਊਥ ਦਿੱਲੀ ਜਾਂ ਇਹਨਾਂ ਨੂੰ ਜਿਹੜੀ ਮਾਡਰਨ ਦਿੱਲੀ ਆ ਉਹ ਨਹੀਂ ਦਿਖਾਈ, ਤੇ ਸ਼ਾਇਦ ਇਹਨਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗੀ ਉੱਥੇ ਵੀ ਉੱਥੇ ਕਿੱਦਾਂ ਦਾ ਉੱਥੇ ਰੈਵਨਿਊ ਹੈ, ਕਿੱਦਾਂ ਦਾ ਲਾਈਫ ਸਟਾਈਲ ਹੈ। ਤੇ ਮੈਨੂੰ ਲੱਗਦਾ ਹੈ ਵੀ US ਕੈਨੇਡਾ ਵੀ ਉਹ ਲਾਈਫ ਸਟਾਈਲ ਮੈਚ ਨਹੀਂ ਕਰ ਸਕਦਾ। ਅਸੀਂ ਇੱਥੋਂ ਜਾ ਕੇ ਵੀ ਉੱਥੇ ਘਰ ਅਫੋਰਡ ਨਹੀਂ ਕਰ ਸਕਦੇ ਜਿੰਨੇ ਮਹਿੰਗੀ ਉੱਥੇ ਪ੍ਰਾਪਰਟੀ ਹੈ ਤੇ ਜਿੰਨੇ ਮਹਿੰਗਾ ਉੱਥੇ ਬਿਜ਼ਨਸ ਹੈ। ਤੇ ਦੂਜੀ ਗੱਲ, ਡਾਕਟਰ ਸਾਹਿਬ ਨੇ ਕਿਹਾ ਵੀ ਇੰਡੀਆ ਕਸ਼ਮੀਰ ਮੰਗਦਾ ਹੈ, ਪਾਕਿਸਤਾਨ ਕਸ਼ਮੀਰ ਮੰਗਦਾ ਹੈ, ਕਿ ਇੰਡੀਆ ਕੋ ਖਾਣ ਨੂੰ ਕੁਛ ਨਹੀਂ ਹੈਗਾ, ਪਰ ਸਟਿਲ ਉਹ ਕਸ਼ਮੀਰ ਮੰਗਦੇ ਆ। ਤੇ ਇਹਦਾ ਮੈਂ ਸਿਰਫ ਇੱਕ ਬੜਾ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹੂੰਗਾ ਕਿ 2018 ਦੇ ਵਿੱਚ ਜਿਹੜਾ ਪਾਕਿਸਤਾਨ ਦਾ GDP ਸੀਗਾ ਆਈ ਥਿੰਕ ਅਰਾਊਂਡ 320 ਬਿਲੀਅਨ ਡਾਲਰਸ ਦਾ ਸੀਗਾ, ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਿਰਫ ਇੰਡੀਆ ਦਾ ਸਪੇਸ ਦਾ ਬਜਟ ਹੈਗਾ, ਜਿਹੜਾ ਉਹਨਾਂ ਨੂੰ ਰੈਵਨਿਊ ਤੇ ਜਿਹੜਾ ਖਰਚਾ ਉਹ ਸਿਰਫ ਸਪੇਸ ਦੇ ਉੱਤੇ ਕਰ ਰਹੇ ਨੇ, ਬਾਕੀਆਂ ਗੱਲਾਂ ਤਾਂ ਛੱਡ ਦਿਓ। ਉਹਨਾਂ ਦਾ GDP ਦੀ ਜੇ ਗੱਲ ਕਰੀਏ ਤੇ 2.9 ਟ੍ਰਿਲੀਅਨ US ਡਾਲਰਸ ਦੀ ਗੱਲ ਕਰ ਰਹੇ ਆ, ਪਰ ਜੋ ਉਹਨਾਂ ਦਾ ਸਪੇਸ ਦਾ ਬਜਟ ਹੀ ਹੈਗਾ ਉਹ ਪੂਰੇ ਪਾਕਿਸਤਾਨ ਦੇ GDP ਦੇ ਬਰਾਬਰ ਹੈ। ਤੇ ਗੱਲ ਜੇ ਖਾਣ ਦੀ ਕਰੋ ਤੇ ਆਈ ਥਿੰਕ ਇੰਡੀਆ ਕੋ ਸਫੀਸ਼ੀਐਂਟ ਅਮਾਉਂਟ ਆਫ ਰਿਸੋਰਸਿਸ ਤੇ ਪੈਸਾ ਹੈਗਾ ਕਿ ਉਹ ਆਪਣੀ ਕੰਟਰੀ ਨੂੰ ਖਵਾ ਸਕਦੇ ਆ। ਬਾਕੀ ਜੇ ਗੱਲ ਕਰੀਏ ਆਪਾਂ ਸਰਕਾਰ ਦੀ, ਤੁਸੀਂ ਹੁਣ ਜਦੋਂ ਟਰੰਪ ਆਪਣੇ ਗੋਰਿਆਂ ਦੀ ਸਪੋਰਟ ਕਰਦਾ ਹੈ, ਉਹ ਕਹਿੰਦਾ ਜੀ ਅਸੀਂ ਅਮਰੀਕਨ ਨੂੰ ਰੱਖਣਾ, ਅਸੀਂ ਕਹਿੰਦੇ ਜੀ ਬਹੁਤ ਵਧੀਆ ਪ੍ਰੈਜ਼ੀਡੈਂਟ ਹੈ, ਆਪਣੇ ਕੰਟਰੀ ਦੀ ਗੱਲ ਕਰਦਾ ਹੈ। ਕਿਊਬੈਕ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਜੀ ਕਿਊਬੈਕ ਵਾਲੇ ਕਹਿੰਦੇ ਇਕੱਲੇ ਫਰੈਂਚ ਬੰਦੇ ਰਹਿਣਗੇ, ਅਸੀਂ ਕਹਿੰਦੇ ਜੀ ਬਹੁਤ ਵਧੀਆ ਗੱਲ ਹੈ। ਕਸ਼ਮੀਰੀ ਕਹਿੰਦੇ ਨੇ ਇਕੱਲੇ ਕਸ਼ਮੀਰੀ ਰਹਿਣਗੇ। ਤੇ ਜੇ ਮੋਦੀ ਆਪਣੀ ਇੰਡੀਅਨਸ ਦੀ ਜਾਂ ਹਿੰਦੂਆਂ ਦੀ ਥੋੜੀ ਬਹੁਤ ਹਿਮਾਇਤ ਕਰਦਾ ਹੈ ਤੇ ਉਹਦੇ 'ਚ ਕੀ ਪ੍ਰੋਬਲਮ ਹੈ? ਜੇ ਇੱਕ ਬੰਦਾ ਆਪਣੀ ਕੰਟਰੀ ਬਾਰੇ ਸੋਚ ਰਿਹਾ
ਉਹ ਕਿਉਂਕਿ ਹਿੰਦੂ ਤਾਂ ਹਿੰਦੁਸਤਾਨ 'ਚ ਹੀ ਰਹਿਣਗੇ, ਉਹਨਾਂ ਨੂੰ ਤਾਂ ਕੋਈ ਕੰਟਰੀ ਨਹੀਂ ਦੇ ਰਿਹਾ, ਉਹਨਾਂ ਨੂੰ ਤਾਂ ਨਾ ਕੋਈ ਪਾਕਿਸਤਾਨ ਦੇ ਰਿਹਾ ਨਾ ਕਸ਼ਮੀਰ ਦੇ ਰਿਹਾ, ਤੇ ਉਹਨਾਂ ਨੇ ਤਾਂ ਆਪਣੀ ਕੰਟਰੀ 'ਚ ਰਹਿਣਾ। ਤੇ ਫਿਰ ਜੇ ਸਾਡੇ ਕੋਲ ਖਾਣ ਨੂੰ ਪੈਸੇ ਨਹੀਂ ਹੈ ਤੇ ਅਸੀਂ ਤਾਂ ਫਿਰ ਵੀ ਨੀਰੂ ਜੀ ਇੱਕ ਵਿਆਹ ਕਰਾਉਂਦੇ ਆ, ਇੱਕ ਜਨਾਨੀ ਆ, ਇੱਕ ਬੱਚਾ ਅਸੀਂ ਪਾਲ ਲੈਂਦੇ। ਤੇ ਜੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਇਹ 3-3 4-4 ਵਿਆਹ ਵੀ ਕਰਾਉਂਦੇ ਆ, 2-2 3-3 ਬੱਚੇ ਵੀ ਹੈ। ਪਰ ਜੇ ਪੈਸੇ ਨਹੀਂ ਹੈਗੇ ਤਾਂ ਮੈਂ ਇਹ ਜਾਣਨਾ ਚਾਹੁੰਦਾ, ਜਾਂ ਤਾਂ ਫਿਰ ਸਰਕਾਰਾਂ ਬੱਚੇ ਪਾਲ ਰਹੀਆਂ ਜਾਂ ਇਹ ਕਿਤੋਂ ਹੋਰੋਂ ਪੈਸਾ ਆ ਰਿਹਾ ਤੇ ਉਹ ਬੱਚੇ ਪਾਲ ਰਹੇ। ਜੀ ਕੁਝ ਕਹਿਣਾ ਚਾਹੋਗੇ ਜੀ? ਕਾਲਰ ਨੂੰ ਅਸੀਂ ਔਨ 에ਅਰ ਰੱਖੀਏ, ਤੁਹਾਨੂੰ ਬੜਾ ਜੇ ਕਹਿਣਗੇ ਤਾਂ ਠੀਕ ਹੈ। ਨਹੀਂ, ਮੈਂ ਕਹਿ ਰਹੀ ਹਾਂ ਕਿ ਉਹ ਠੀਕ ਹੈ, ਉਹਨਾਂ ਨੇ ਬਿਲਕੁਲ ਠੀਕ ਕਿਹਾ। ਬਲਕਿ ਜਿਸ ਤਰ੍ਹਾਂ ਦੇ ਇਹ ਗੱਲ ਕਰ ਰਹੇ ਨੇ ਉਸੇ ਤਰ੍ਹਾਂ ਮੈਨੂੰ ਉੱਥੇ ਟੈਕਸੀ ਵਾਲਾ ਮਿਲਿਆ ਸੀ ਇੰਡੀਆ 'ਚ। ਉਹ ਮੈਂ ਕਹਿੰਦੀ ਹਾਂ ਕਿ ਉਹ ਹੀ ਵਾਜ਼ ਦਾ ਬੈਸਟ ਐਂਬੈਸਡਰ ਆਫ ਇੰਡੀਆ। ਉਹਨੇ ਮੈਨੂੰ ਕਿਹਾ ਕਿ ਤੁਸੀਂ ਇਹ ਚੀਜ਼ ਦੇਖਣੀ ਹੈ, ਇਹ ਚੀਜ਼ ਦੇਖਣੀ ਹੈ, ਇਹ ਚੀਜ਼ ਦੇਖਣੀ ਹੈ ਜੀ। ਤੇ ਦਿੱਲੀ ਦੇ 에ਅਰਪੋਰਟ ਤੇ ਬਿਲਕੁਲ ਇਹਨਾਂ ਨੇ ਠੀਕ ਕਿਹਾ। ਦੁਬਈ ਤੋਂ ਵੀ ਜ਼ਿਆਦਾ ਜ਼ਬਰਦਸਤ। ਆਈ ਵਾਜ਼ ਸ਼ੌਕਡ ਟੂ ਸੀ, ਮਤਲਬ ਖੁਸ਼ੀ ਨਾਲ ਸ਼ੌਕਡ, ਘਬਰਾਹਟ ਨਾਲ ਨਹੀਂ ਕਿ ਬਈ ਇੰਨਾ ਮੈਨੂੰ ਲੱਗਦਾ ਨਹੀਂ ਸੀ ਪਿਆ ਕਿ ਉਹ ਦੁਬਈ ਦਾ 에ਅਰਪੋਰਟ ਹੈ ਕਿ ਦਿੱਲੀ ਦਾ। ਲੇਕਿਨ ਉਹਨੂੰ ਜਦੋਂ ਮੈਂ ਇਹ ਕਿਹਾ ਕਿ ਮੈਂ ਆਪਣੀ ਮਰਜ਼ੀ ਦੀ ਜਗ੍ਹਾ ਤੇ ਜਾਣਾ ਹੈ, ਜਿਸ ਤਰ੍ਹਾਂ ਨਿਜ਼ਾਮੁਦੀਨ ਔਲੀਆ ਦੇ ਮਜ਼ਾਰ ਤੇ ਜਾਂ ਗਾਲਬ ਦੇ, ਤੇ ਉੱਥੇ ਜਦੋਂ ਮੈਂ ਗਈ ਤੇ ਉੱਥੇ ਫਿਰ ਮੈਂ ਜਦੋਂ ਦੇਖਿਆ ਥੜਿਆਂ ਦੇ ਉੱਤੇ, ਮੈਂ ਟੌਂਟ ਨਹੀਂ ਕਰ ਰਹੀ, ਲੇਕਿਨ ਇਹ ਰੋਹਨ ਮਿਸਟਰੀ ਦਾ ਇੱਕ ਨਾਵਲ ਵੀ ਹੈ ਫਾਈਨ ਬੈਲੈਂਸ, ਉਹ ਵੀ ਤੁਸੀਂ ਪੜ੍ਹ ਲਵੋ। ਤੇ ਐਕਚੁਅਲੀ ਫਿਕਸ਼ਨ 'ਚ ਵੀ ਅਸੀਂ ਬਹੁਤ ਕੁਝ ਦੇਖਦੇ ਹਾਂ। ਤੇ ਜਿਸ ਤਰ੍ਹਾਂ ਕਸ਼ਮੀਰ ਦੀ ਸੂਰਤ ਹਾਲ ਹੈ, ਗੁਲਜ਼ਾਰ ਦਾ ਇੱਕ ਛੋਟਾ ਜਿਹਾ ਅਫਸਾਨਾ ਹੈ ਕਰਫਿਊ, ਉਹ ਪੜ੍ਹ ਲਵੋ ਤੇ ਤੁਹਾਨੂੰ ਜ਼ਿਆਦਾ ਹਿਸਟਰੀ ਪੜ੍ਹਨ ਦੀ ਲੋੜ ਹੀ ਨਹੀਂ ਹੈਗੀ। ਜਿਹੜੇ ਕਹਿ ਰਹੇ ਨਾ ਅਸੀਂ ਜਾ ਕੇ ਉੱਥੇ ਦੇਖਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ। ਫਿਕਸ਼ਨ ਰਾਈਟਰ ਬੇਸਿਕਲੀ ਰਿਐਲਿਟੀ ਲਿਖਦਾ, ਲੇਕਿਨ ਉਹ ਕਾਲਮ ਤਾਂ ਨਹੀਂ ਲਿਖਦਾ, ਉਹ ਫਿਕਸ਼ਨ ਲਿਖ ਦਿੰਦਾ ਹੈ ਤਾਂ ਕਿ ਉਹ ਦੇਰ ਪਾ ਰਵੇ, ਇੱਕ ਕਲਾਸਿਕ ਬਣ ਜਾਵੇ। ਤੇ ਇਹ ਜਿਹੜੀ ਚੀਜ਼ ਹੈ, ਇਹਨਾਂ ਨੇ ਗੱਲ ਕੀਤੀ ਕਿ ਸਾਡੇ ਇੰਨਾ ਸਾਡਾ ਬਜਟ ਹੈ ਤੇ ਐਵੇਂ 26% ਤੇ ਪਾਕਿਸਤਾਨ ਨੂੰ ਉਹ ਮਿਲਿਆ ਸੀ ਏਰੀਆ ਜਦੋਂ ਇਹ ਵੱਖਰੇ ਹੋਏ ਨੇ। ਤੇ ਕਿੰਨੀ 16% ਆਬਾਦੀ ਸੀ ਟੋਟਲ, ਤੇ ਉਹ ਛੋਟਾ ਜਿਹਾ ਮੁਲਕ ਹੈ। ਤੁਸੀਂ ਯਾਨੀ ਤੁਸੀਂ ਔਰੇਂਜ ਨੂੰ ਐਪਲ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿਓ। ਫਿਰ ਜਿਸ ਤਰ੍ਹਾਂ ਤੁਸੀਂ ਉਹਨੂੰ ਦਿੱਤਾ, ਤੁਹਾਡੇ ਗਾਂਧੀ ਸਾਹਿਬ ਜਿਹੜੇ ਨੇ, ਮਹਾਤਮਾ ਸਾਹਿਬ, ਉਹਨਾਂ ਨੂੰ ਜਾਣ ਤੋਂ ਜਾਣਾ ਪਿਆ ਕਿ ਪੈਸੇ ਤੇ ਉਹਨਾਂ ਨੂੰ ਦੇ ਦੇਵੋ। ਯਾਨੀ ਉਹ ਇੱਥੋਂ ਤੱਕ ਤੇ ਹਾਲ ਸੀ ਕਿ ਉਹਨਾਂ ਕੁਝ ਦਿੰਦੇ ਹੀ ਨਹੀਂ ਸੀ ਹੈਗੇ, ਨਾ ਫੌਜ ਦਿੰਦੇ ਸੀ, ਨਾ ਕੋਈ ਕਾਗਜ਼ ਦਿੰਦੇ ਸੀ, ਨਾ ਪੈਨ ਦਿੰਦੇ ਸੀ। ਉਹ ਕਹਿੰਦੇ ਸੀ ਮੌਤ ਹਿਟਨ ਪਾਕਿਸਤਾਨ ਇਹਨੂੰ ਦਵੋ ਤਾਂ ਕਿ ਵਾਪਸ ਆਵੇ, ਇਹਨਾਂ ਨੂੰ ਦਵੋ ਵੀ, ਸਬਕ ਵੀ ਸਿਖਾਓ। ਤੇ ਇਹ ਯਾਨੀ ਇਹ ਤੇ ਹਿਸਟਰੀ ਤਾਂ ਕਹਿਣੀ ਪੈਂਦੀ ਹੈ ਬਾਰ-ਬਾਰ ਕਿ ਅੱਜ ਦੀ ਸੂਰਤ ਹਾਲ ਤੋਂ ਵੱਖ ਨਹੀਂ ਹੋ ਰਹੀ। ਫਿਰ ਜੋ ਚੀਜ਼ਾਂ ਉਦੋਂ ਹਿਡਨ ਸੀ ਨਾ, ਬਾਇਸਡ ਸੀ, ਰੁਕੀਆਂ ਹੋਈਆਂ ਸੀ, ਜਿਹਨੂੰ ਕਹਿੰਦੇ ਨੇ ਸਟਲ ਰੇਸਿਜ਼ਮ, ਜਿਹੜੀ ਅਸੀਂ ਇੱਥੇ ਦੇਖਦੇ ਹਾਂ। ਨਹਿਰੂ ਸਾਹਿਬ ਬਹੁਤ ਵੱਡੇ ਸੈਕੂਲਰਿਜ਼ਮ ਦੀ ਗੱਲ ਕਰਦੇ ਸੀ, ਬਹੁਤ ਸੋਸ਼ਲਿਸਟ ਸੀ, ਲੇਕਿਨ ਉਹ ਕੀ ਸੀ ਕਿ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਗਾਂਧੀ ਸਾਹਿਬ ਜਿਹੜੇ ਨੇ ਉਹ ਮਜ਼ਹਬ ਵਿੱਚ ਲੈ ਆਉਂਦੇ ਸੀ। ਲੇਕਿਨ ਉਸ ਤੋਂ ਬਾਵਜੂਦ ਗੱਲ ਐਵੇਂ ਕਿ ਜੋ ਚੀਜ਼ਾਂ ਉਦੋਂ ਪਰਦੇ ਦੇ ਵਿੱਚ ਸੀ, ਮੋਦੀ ਸਾਹਿਬ ਨੇ ਉਹ ਬਾਹਰ ਕੱਢ ਕੇ ਰੱਖ ਦਿੱਤੀਆਂ ਨੇ। ਇਹ ਕਹਿ ਰਹੇ ਨੇ ਕਿ ਜੋ ਹਿੰਦੂਇਜ਼ਮ ਨੂੰ, ਹਿੰਦੂਤਵਾ ਨੂੰ ਵਾਪਸ ਕਰਨਾ ਚਾਹ ਰਹੇ ਨੇ, ਤੇ ਇਹਦਾ ਮਤਲਬ ਹੈ ਕਿ ਫਿਰ ਜ਼ਿਆਉਲ ਹਕ ਨੇ ਵੀ ਠੀਕ ਹੀ ਕੀਤਾ ਸੀ ਪਾਕਿਸਤਾਨ ਦੇ ਵਿੱਚ। ਜੇ ਤੁਸੀਂ ਇਹੀ ਐਕਸਟ੍ਰੀਮਿਜ਼ਮ ਦੋਵਾਂ ਪਾਸੇ ਲੈ ਕੇ ਆਣੀ ਹੈ, ਤੁਸੀਂ ਪਾਕਿਸਤਾਨ ਦਾ ਹਾਲ ਦੇਖ ਲਵੋ, ਜ਼ਿਆਉਲ ਹਕ ਤੋਂ ਬਾਅਦ ਉੱਤੇ ਗਿਆ ਕਿ ਥੱਲੇ ਗਿਆ। ਜੇ ਤੁਸੀਂ ਲੋਕਾਂ ਨੂੰ ਮਜ਼ਹਬ ਦੀ ਬੁਨਿਆਦ ਦੇ ਉੱਤੇ ਉਹਨਾਂ ਨੂੰ ਕੱਟ ਕੇ ਵੱਢੀ ਜਾਓਗੇ ਕਿ ਫਲਾਣਾ ਫਿਰਕਾ ਇਹ ਵੇ, ਫਲਾਣਾ ਫਿਰਕਾ ਇਹ ਵੇ, ਫਿਰਕਿਆਂ ਤੱਕ ਚਲੇ ਜਾਓਗੇ, ਮਜ਼ਹਬ ਤੇ ਛੱਡੋ, ਫਿਰਕਿਆਂ ਦੇ ਪਿੱਛੇ ਫਿਰ ਪੈ ਜਾਂਦੇ ਨੇ।